लेती हूँ एक बार चेक कर। ओ हाय वीर। डॉक्टर सरीन जी ਇੱਥੇ एक्चुअली मैं ना ਇੱਥੇ ਜਗ੍ਹਾ ਵੇਖ ਰਹੀ ਸੀ ਮੈਡੀਕਲ ਕੈਂਪ ਲਈ ਤੇ ਮੈਨੂੰ ਮਾਹੀ ਨੇ ਦੱਸਿਆ ਸੀ ਕਿ ਇੱਥੇ ਬਹੁਤ ਵਧੀਆ ਜਗ੍ਹਾ ਨੇ। ਬਹੁਤ ਵਧੀਆ ਗੱਲ ਹੈ। ਸਾਡੇ ਪਿੰਡ ਨਾਲ ਬਹੁਤ ਥਾਵਾਂ ਨੇ। ਆਜੋ ਮੈਂ ਤੁਹਾਨੂੰ ਵਿਖਾ ਦਿੰਦਾ। ਉਹ ਸੱਚੀ? ਹਾਂਜੀ ਹਾਂਜੀ ਬਹੁਤ ਥਾਵਾਂ ਨੇ। ਮਾਹੀ ਵੀ ਇਹੀ ਕਹਿ ਰਹੀ ਸੀ ਤੇ ਉਹਦਾ ਐਕਚੁਅਲੀ ਆਈਡੀਆ ਵੀ ਉਹਦਾ ਹੀ ਸੀ ਕਿ ਮੈਂ ਨਾ ਇਸ ਪਿੰਡ 'ਚ ਕੈਂਪ ਲਾਵਾਂ ਤੇ ਇੱਥੇ ਬਹੁਤ ਵਧੀਆ ਜਗ੍ਹਾ ਹੈ। ਚਲੋ ਕੋਈ ਨਾ, ਆਜੋ ਮੈਂ ਤੁਹਾਨੂੰ ਦਿਖਾ ਦਿੰਦਾ। ਕੀ ਹੋਇਆ ਡਾਕਟਰ ਰਾਜੀ? ਉਹ ਦਰਅਸਲ ਵੀ ਮੈਂ ਇੱਥੇ ਮਾਹੀ ਦੀ ਵੇਟ ਕਰ ਰਹੀ ਸੀ ਕਿਉਂਕਿ ਇਸ ਕੰਮ ਲਈ ਮੈਂ ਮਾਹੀ ਨੂੰ ਹੀ ਕਿਹਾ ਸੀਗਾ ਤੇ ਮੈਂ ਸੋਚ ਰਹੀ ਸੀ ਕਿ ਉਹਦੀ ਵੇਟ ਕਰ ਲਾਂ ਇੱਥੇ। ਐ ਕਰੋ ਨਾ ਡਾਕਟਰ, ਤੁਸੀਂ ਮਾਈ ਨੂੰ ਫੋਨ ਕਰਕੇ ਕਹਿ ਦਿਓ ਕਿ ਉਹ ਪੰਚਾਇਤ ਤੱਕ ਆ ਜਾਏ। ਜਦ ਤੱਕ ਆਊਗੀ ਤਾਂ ਮੈਂ ਤੁਹਾਨੂੰ ਥਾਵਾਂ ਵਿਖਾ ਦੂੰਗਾ, ਟਾਈਮ ਵੀ ਬਚ ਜਾਊਗਾ। ਓਕੇ ਚਲੋ ਏਦਾਂ ਕਰ ਲੈਂਦੀ ਹਾਂ, ਮੈਂ ਇੱਕ ਮਿੰਟ ਤੁਹਾਨੂੰ ਕਾਲ ਕਰ ਲੈਂਦੀ ਹਾਂ। हेलो। हाँ माही। हाँ जी डॉक्टर सरीन। हाँ जी मैं बस घरों निकलन लगी हाँ, मैंने 10 मिनट दे दो, मैं पहुंच जाऊंगी। नहीं एक्चुअली ਤੁਹਾਨੂੰ ਆਉਣ ਦੀ ਕੋਈ ਲੋੜ ਨਹੀਂ। अब क्यों? पर तू ही तो मैंने मिलना चाहते सी ना। हाँ मिलना चाहती हूँ बट एक्चुअली मैंने ना वीर मिल गए थे। एक्चुअली वीर ना मैंने कोई पंचायत की जगह दिखाने जा रहे ने। हाँ ते तुसी ऐसा करो, ਤੁਸੀਂ ਉੱਥੇ ਆ ਜਾਓ, ਆਪਾਂ ਉੱਥੇ ਮਿਲ ਲੈਂਦੇ ਆ। अच्छा ठीक है चलो मैं पहुंचन दी हाँ। ओके बाय। किथे जा रही है? मम्मी वो जरूरी काम है। नहीं मैंने दस के जा, हर बारी ना जरूरी काम है कह के चली जाती है ते फिर फोन भी नहीं चुकती। मैं इत्थे परेशान होई जानी हां। ओ मम्मी वो डॉक्टर सरीन दा कॉल हीगा, उन्हां नूं ना अपने मेडिकल कैंप लई ना जमीन चाहिदी है साडे पिंड विच ते उन्हां ने मेरे तो मदद मंगी ते मैं उत्थे पंचायत कोल ना उन्हां नूं जमीन दवान लई जाण दी। डॉक्टर शरीन कौन है? ओही डॉक्टर मम्मी ਜਿਹੜੇ ਵੀਰ ਦਾ ਇਲਾਜ ਕਰਨ ਡਏ ਨੇ। अच्छा मम्मी मैं ना लेट होंदी हां, अब मैं आके गल करदी हां, बाय बाय। माही ओहो पंचायत दी जमीन हाय किते वीर ना होवे उत्थे, फिर कोई नई मुसीबत ना खड़ी कर दे मेरी माही वास्ते। ਅਵਲੀ ਜ਼ਮੀਨ ਹੀ ਆਪਣੀ ਹੋਈ ਹੈਗੀ। ਡਾਕਟਰ ਆ ਦੇਖ ਰਹੇ ਹੋ ਤੁਸੀਂ, ਆ ਜ਼ਮੀਨ ਪਿੰਡ ਦੇ ਬਿਲਕੁਲ ਵਿੱਚੋਂ ਵਿੱਚ ਹੈਗੀ ਹੈ। ਇੱਥੋਂ ਤੋਂ ਲੈ ਕੇ ਉੱਥੇ ਤੱਕ ਜਿੰਨੀ ਵੀ ਤੁਹਾਨੂੰ ਜ਼ਮੀਨ ਦਿਸਣ ਦੀ ਹੈ ਨਾ, ਆ ਸਾਰੀ ਤੁਸੀਂ ਵਰਤ ਸਕਦੇ ਹੋ। ਇਹ ਤਾਂ ਵੈਸੇ ਵੀ ਵਾਧੂ ਹੈ ਮੇਰੇ ਕੈਂਪ ਲਈ। ਡਾਕਟਰ ਇੱਥੇ ਬਿਜਲੀ ਪਾਣੀ ਤੁਹਾਨੂੰ ਜਿਹੜੀ ਵੀ ਚੀਜ਼ਾਂ ਦੀ ਲੋੜ ਪਊਗੀ ਨਾ, ਉਹ ਤੁਹਾਨੂੰ ਸਭ ਕੁਝ ਇੱਥੇ ਮਿਲ ਜੂਗਾ। ਨਾਲੇ ਵਿੱਚੋਂ ਵਿੱਚ ਹੈਗੀ ਹੈ, ਅਸੀਂ ਲੋਕਾਂ ਨੂੰ ਆਉਣ ਲਈ ਆਸਾਨੀ ਵੀ ਰਹੂਗੀ। ਇਹ ਤਾਂ ਬਹੁਤ ਵਧੀਆ ਹੈ। ਇਹ ਤਾਂ ਵੈਸੇ ਵੀ ਜ਼ਰੂਰੀ ਚੀਜ਼ਾਂ ਨੇ ਮੇਰੇ ਕੈਂਪ ਲਈ, ਬਿਜਲੀ ਪਾਣੀ। लो माही भी आ गई। अच्छा माही, वीर ने मैनू जगह तो दिखा दी है मेरे कैंप ਲਈ ਤੇ आई थिंक जगह भी परफेक्ट है। हाँ जी जगह तो वधिया है। अच्छा माही, परमिशन वगैरह का की हिसाब किताब है इत्थे? पंचायत मैनू इत्थे कैंप लाउण लई परमिशन तो दे देगी ना? हाँ जी डॉक्टर क्यों नहीं, तुही गरीब ते जरूरतमंद लोगों दी मेडिकल कैंप लाण जाणदे हो ते इत्थों दे पंच ना तुहानू हसदे हसदे जगह दे देणगे। ओ वीर तुहानू की लगदा है? ਮਾਈ ਠੀਕ ਕਹਿ ਰਹੀ ਹੈ, ਇੱਥੇ ਤੁਹਾਨੂੰ ਪਰਮਿਸ਼ਨ ਮਿਲ ਜੂ। ओके ते कदों आवां फिर मैं परमिशन लैण लई? ਡਾਕਟਰ ਆਪਾਂ ਭਾਵੇਂ ਹੁਣੇ ਲੈ ਲੈਣੇ ਪਰਮਿਸ਼ਨ। नहीं हुणे तां नहीं, क्योंकि मेरे कोल डॉक्यूमेंट्स भी नहीं हैगे। ते फिर दसो मैं कदों आवां
ਤੇ ਮੈਂ ਡਾਕੂਮੈਂਟਸ ਵੀ ਲੈ ਆਵਾਂਗੀ ਤੇ ਪਰਮਿਸ਼ਨ ਵੀ ਲੈ ਲਾਂਗੀ। ਫਿਰ ਆਪਾਂ ਕੱਲ ਲੈ ਲੈਣੇ। ਠੀਕ ਹੈ, ਤੇ ਫਿਰ ਮੈਂ ਕੱਲ ਆਂਦੀ ਹਾਂ। ਤੇ ਹੁਣ ਮੈਂ ਚੱਲਦੀ ਹਾਂ ਕਿਉਂਕਿ ਮੁੜ ਕੇ ਕਲੀਨਿਕ ਵੀ ਜਾਣਾ ਹੈ। ਐਂਡ ਥੈਂਕ ਯੂ ਸੋ ਮਚ ਤੁਹਾਡੇ ਦੋਨੋਂ। ਓਕੇ। ਅੱਛਾ ਡਾਕਟਰ। आई आते से क्यों? ਮੰਮੀ ਜੇ ਤੁਸੀਂ ਇਸ ਘਰ ਤੋਂ ਪੈਰ ਬਾਹਰ ਰੱਖਿਆ ਨਾ, ਮੈਂ ਆਪਣੀ ਨਸ ਕੱਟ ਲੈਣੀ। ਅੱਜ ਨਹੀਂ ਰੁਕਾਂਗੀ ਮੈਂ। ਮੰਮੀ ਜਦੋਂ ਮੈਂ ਤੇਰੇ ਨਾਲ ਗੱਲ ਨਹੀਂ ਕਰਦਾ ਮੇਰੇ ਪਿੱਛੇ ਪਈ ਰਹਿੰਦੀ ਹੈ। ਹੁਣ ਪੁੱਛਣ ਡਿਆ ਤੇ ਦੱਸ ਨਾ ਕੀ ਹੋਇਆ ਹੱਥ ਤੇ? ਉਹ ਸਬਜ਼ੀ ਕੱਟਣ ਡਈ ਹੀ, ਚਾਕੂ ਲੱਗ ਗਿਆ। ਧਿਆਨ ਕਿੱਥੇ ਹੈ ਤੇਰਾ? ਮੈਨੂੰ ਨਾ ਕੋਈ ਇੱਕ ਕੰਮ ਦੱਸ ਦੇ ਕਿੱਲੇ ਜੇ ਤੂੰ ਚੱਜ ਨਾ ਕਰ ਸਕੇ। ਚਾਹ ਬਣਾਣੀ ਤੈਨੂੰ ਆਉਂਦੀ ਨਹੀਂ, ਲੱਗੀ ਸਬਜ਼ੀ ਕੱਟਣ। ਨਾਲੇ ਆ ਸਬਜ਼ੀ ਕੱਟਣ ਦਾ ਡਰਾਮਾ ਕਿਤੇ ਸਾਹਮਣੇ ਕਰਨ ਡਈ? चल छाजी, मेरी गल सुन, तो अपना दस तेरा हाथ क्यों में हो? ठीक है, मेरा मतलब ठीक हो रहा है। बढ़िया डॉक्टर ने डॉक्टर से फर्क है जी। चल मैं चलता तो सुखी के खेता चो ना साग भी लेके आना, मामी ने कहा। ਅੱਛਾ ਤੇ ਹੁਣ ਇਹ ਪਿਓ ਵਾਲਾ ਮੈਡੀਕਲ ਕੈਂਪ ਲਾਉਣ ਨੂੰ ਫਿਰਦੇ ਆ, ਉਹ ਵੀ ਪੰਚਾਇਤੀ ਜ਼ਮੀਨ ਤੇ। ਕੋਈ ਨਾ, ਸਾਈਨ ਕਰਾਉਣ ਤਾਂ ਸਾਡੇ ਹੀ ਘਰ ਆਉਣਾ। ਮੈਂ ਵੀ ਵੇਖਦਾ ਕਿਵੇਂ ਲੱਗਦਾ ਤੁਹਾਡਾ ਇਹ ਮੈਡੀਕਲ ਕੈਂਪ। हे वाहिगुरु, एक तेरा ही आसरा, सब दा भला करी। हाँ जी डैडी जी, डिनर कर लिया कि नहीं? लक्की पुत्र आ बह जा। मैं तो डिनर कर लिया, तू दस तैं रोटी पानी खादा कि नहीं? और नहीं, मैं हले रोटी खानी आ, मैं जाके खाऊंगा। पर उस तो पहला ना आ जरूरी काम सीगा मैनूं एक तुहाडे नाल। इस बारे गल करनी सी। ਓਏ ਉਹ ਹੁੰਦੇ ਨਹੀਂ ਕਾਰੀਗਰ ਜੇ ਜਿਹੜੇ ਆਪਣੇ ਘਰਾਂ 'ਚ ਹੀ ਕੱਪੜਾ ਬਣਾਉਂਦੇ ਆ ਤੇ ਮੁੜ ਕੇ ਉਹਨਾਂ ਨੂੰ ਸਸਤੇ ਰੇਟਾਂ ਤੇ ਵੇਚਦੇ ਆ, ਛੋਟੇ ਬਿਜ਼ਨਸ ਵਾਲੇ। अच्छा अच्छा ਹੁੰਦੇ ਹੋਣਗੇ ਨਾ, ਮੈਨੂੰ ਕਿਉਂ ਦੱਸਣ ਡਿਆ ਇਹ ਗੱਲ? ਉਹ ਡੈਡੀ ਜੀ ਅਸਲ ਦੇ ਵਿੱਚ ਮੈਂ ਉਹੀ ਦੱਸਣ ਲੱਗਾ ਤੁਹਾਨੂੰ ਕਿ ਉਹਨਾਂ ਦਾ ਕੋਈ ਪ੍ਰਧਾਨ ਆਇਆ ਸੀ ਮੇਰੇ ਕੋਲ। ਉਹ ਕਹਿੰਦਾ ਵੀ ਉਹਨਾਂ ਨੂੰ ਪੰਚਾਇਤੀ ਜ਼ਮੀਨ ਚਾਹੀਦੀ ਹੈ ਕੁਝ ਦਿਨਾਂ ਵਾਸਤੇ। ਉੱਥੇ ਉਹਨਾਂ ਨੇ ਆਪਣੀਆਂ ਦੁਕਾਨਾਂ ਜੀਆਂ ਲਾ ਕੇ ਤੇ ਸਮਾਨ ਵੇਚਿਆ ਕਰਨਾ। ਕਿੰਨੇ ਕੁ ਦਿਨਾਂ ਬਾਅਦ? ਆਹੀ ਕੋਈ 20-25 ਦਿਨ ਵਾਸਤੇ। ਵੇਖੋ ਇਹਦੇ ਨਾ ਆਪਣੇ ਪਿੰਡ ਵਾਲੇ ਲੋਕਾਂ ਨੂੰ ਦੋ ਫਾਇਦੇ ਹੋਣਗੇ। ਇੱਕ ਤਾਂ ਜਿਹੜੇ ਪਿੰਡ ਦੇ ਲੋਕ ਜਿਨ੍ਹਾਂ ਨੂੰ ਬਾਹਰ ਸ਼ਹਿਰ ਦੇ ਵਿੱਚ ਜਾ ਕੇ ਕੱਪੜਾ ਖਰੀਦਣਾ ਪੈਂਦਾ, ਉਹਨਾਂ ਨੂੰ ਸਸਤੇ ਰੇਟ ਤੇ ਪਿੰਡ 'ਚ ਹੀ ਕੱਪੜਾ ਮਿਲ ਜਾ ਕਰੂ। ਨਾਲੇ ਉਹਨਾਂ ਵਿਚਾਰੇ ਗਰੀਬ ਕਾਰੀਗਰਾਂ ਦਾ ਵੀ ਭਲਾ ਹੋਊਗਾ, ਉਹਨਾਂ ਨੂੰ ਕਮਾਈ ਹੋ ਜੂ। ਤੇ ਉੱਤੋਂ ਹੋਰ ਗੱਲ ਵੀ ਉਹ 40% ਆਪਣੀ ਕਮਾਈ ਦਾ ਜਿਹੜਾ ਉਹ ਪੰਚਾਇਤ ਨੂੰ ਦੇਣਗੇ। ਤਾਂ ਇਹ ਤਾਂ ਵਧੀਆ ਗੱਲ ਆ। ਹਾਂਜੀ, ਬਸ ਤੁਹਾਡੀ ਇਜਾਜ਼ਤ ਚਾਹੀਦੀ। ਤੇ ਲੱਕੀ ਪੁੱਤਰ, ਜਿਹੜੇ ਕੰਮ ਦੇ ਵਿੱਚ ਸਾਡੇ ਪਿੰਡ ਵਾਲਿਆਂ ਦਾ ਭਲਾ ਹੁੰਦਾ ਹੋਵੇ ਜਾਂ ਕਾਰੀਗਰਾਂ ਦਾ ਭਲਾ ਹੁੰਦਾ ਹੋਵੇ, ਉਹ ਕੰਮ 'ਚ ਇਜਾਜ਼ਤ ਲੈਣ ਦੀ ਕੋਈ ਲੋੜ ਨਹੀਂ। ਓਏ ਮੇਰੀ ਮਨਜ਼ੂਰੀ ਚੰਗੇ ਕੰਮਾਂ ਲਈ ਹਮੇਸ਼ਾ ਹੀ ਆ। ਪਰ ਫਿਰ ਵੀ ਜਿਹੜਾ ਕੰਮ ਕਾਨੂੰਨ ਦੇ ਵਿੱਚ ਰਹਿ ਕੇ ਪੰਚਾਇਤ ਦੇ ਹੋ ਜੇ ਉਹ ਵਧੀਆ ਹੁੰਦਾ। ਤੇ ਮੈਂ ਚਾਹੁੰਦਾ ਵੀ ਲਿਖਤੀ ਪਰਮਿਸ਼ਨ ਆਪਾਂ ਦੇ ਦਈਏ ਉਹਨਾਂ ਨੂੰ। ਤੇ ਆਹ ਕੁਝ ਕਾਗਜ਼ ਨੇ, ਇਹਨਾਂ ਤੇ ਸਾਈਨ ਚਾਹੀਦੇ ਸੀ ਤੁਹਾਡੇ। ਲਿਆ ਕਾਗਜ਼ ਲਿਆ, ਦੱਸ ਕਿੱਥੇ ਸਾਈਨ ਕਰ। ਆ ਲਓ। ਡੈਡੀ ਤੇ ਇਦਾਂ ਕੀ ਵੇਖਣ ਦੇ ਮੇਰੇ? ਓਏ ਆ ਖੂਨ ਨਾਲ ਸਾਈਨ ਕਰਾਂ ਮੈਂ? ਪੈਨ ਤਾਂ ਦੇ ਦੇ। ਹਲੋ।
ਚੱਕ ਫੇ ਮਾਹੀ ਬੰਸਲ ਲਾਲਾ ਆਪਦਾ ਪਿਓ ਵਾਲਾ ਮੈਡੀਕਲ ਕੈਂਪ। ਹੈਲੋ, ਕਿਹੜੇ ਖਿਆਲਾਂ 'ਚ ਖੋ ਗਿਆ? ਆ ਫੜ ਪੇਪਰ। ਨਹੀਂ ਨਹੀਂ ਡੈਡੀ ਜੀ, ਮੈਂ ਤੇ ਇਹੋ ਸੋਚਣ ਡਿਆ ਸੀ ਵੀ ਉਹਨਾਂ ਵਿਚਾਰੇ ਗਰੀਬ ਕਾਰੀਗਰਾਂ ਦਾ ਕਿੰਨਾ ਭਲਾ ਹੋ ਜਾਊਗਾ। ਚੰਗੀ ਗੱਲ ਆ, ਉਹ ਇਹੋ ਜਿਹੇ ਚੰਗੇ ਕੰਮ ਹੀ ਕਰਿਆ ਕਰ। ਜਿਹੜੀਆਂ ਲੰਡਰਗਿਰੀਆਂ ਨੇ ਨਾ, ਇਹ ਛੱਡ ਦੇ। ਹਾਂਜੀ ਡੈਡੀ ਜੀ। ਚਲੋ ਠੀਕ ਆ, ਫਿਰ ਮੈਂ ਹੁਣ ਚੱਲਦਾ ਤੇ ਜਾ ਕੇ ਰੋਟੀ ਪਾਣੀ ਖਾਣਾ। ਤੁਸੀਂ ਵੀ ਸੌਂ ਆਪਣਾ। ਚੰਗਾ, ਤੂੰ ਚੱਲ, ਮੈਂ ਵੀ ਪਾਠ ਕਰਕੇ ਫਿਰ ਸੌਂਗਾ। ਠੀਕ ਆ। ਹੁਣ ਜਦੋਂ ਸੱਪ ਨੂੰ ਸੋਟੀ ਨਹੀਂ ਵੱਜੂਗੀ ਤੇ ਨਾ ਤੇ ਉਹ ਮਰੂਗਾ ਤੇ ਨਾ ਸੋਟੀ ਟੁੱਟੂਗੀ। ਵੀਰ ਸਿਆਂ, ਹੁਣ ਜਦੋਂ ਤੇਰਾ ਇਲਾਜ ਹੀ ਨਹੀਂ ਹੋਊਗਾ ਤੇ ਤੂੰ ਫੌਜ 'ਚ ਭਰਤੀ ਕਿਵੇਂ ਹੋਏਗਾ ਕਾਕਾ? आओ माही जी आओ। वीर सिया, तेरा तो अज वाकई स्वागत हो। आ जा। ਗੁੱਡ ਮਾਰਨਿੰਗ ਸਲਿੰਡਿਆ। ਸਰੀਨ ਜੀ ਨੂੰ ਦੱਸਿਆ ਹੀ ਨਾ ਤੂੰ ਇੱਥੇ ਆਉਣ ਲਈ? हुण आओ मैदान च, खिडारी तैयारी करके आया अज। ਆਪਣੇ ਭੈਣ ਭਰਾ ਕਿੰਨੀ ਮਦਦ ਕਰਦਾ ਹੈ। ਆਪਾਂ ਵੀ ਨਾ ਪੰਚਾਇਤ ਜਾ ਕੇ ਛੇਤੀ ਛੇਤੀ ਉਹਨਾਂ ਦੀ ਮਦਦ ਕਰਦੇ ਹਾਂ। ਠੀਕ ਕਹਿੰਦਿਆ ਤੂੰ ਵਿੱਕੀ। ਚਲੋ, ਚਲੋ, ਚਲੋ। हेलो, गुड मॉर्निंग। ਸਤਿ ਸ਼੍ਰੀ ਅਕਾਲ ਡਾਕਟਰ। आई एम सॉरी, मैं थोड़ा लेट हो गई। धुंध इतनी ज्यादा सी कि कुछ दिखता ही नहीं सी पिया। ਕੋਈ ਗੱਲ ਨਹੀਂ। चलिए फिर ਆਪਾਂ। ਹਾਂਜੀ ਹਾਂਜੀ, ਬਸ ਚੱਲਦੇ ਹਾਂ। ਨਹੀਂ, ਮੈਂ ਡਿੰਪੀ ਤੇ ਟੋਚੇ ਨੂੰ ਵੀ ਸੱਦਿਆ ਸੀ, ਉਹ ਵੀ ਨਹੀਂ ਆਏ। ਆਪੇ ਹੀ ਚੱਲਦੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੇਜਿੰਦਰ ਸਿੰਘ, ਇਸ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਤੇ ਤੁਹਾਡੇ ਹਿੱਤ ਵਿੱਚ ਇੱਕ ਫੈਸਲਾ ਲਿਆ। ਤੇ ਉਹ ਫੈਸਲਾ ਇਹ ਹੈ ਕਿ ਡੈਡੀ ਜੀ, ਤੁਹਾਡਾ ਫੋਨ ਤੇ ਸਾਇਲੈਂਟ ਤੇ ਹੀ ਹੈ ਨਾ? ਮੈਨੂੰ ਲੱਗਦਾ ਤੁਹਾਡਾ ਫੋਨ ਸੈਲੀਬ੍ਰੇਟ ਕਰਨ ਡਿਆ। ਉਹ ਸੈਲੀਬ੍ਰੇਟ ਨਹੀਂ, ਵਾਈਬ੍ਰੇਟ ਹੁੰਦਾ। ਇੱਕ ਤਾਂ ਤੇਰੀ ਮਾਂ ਨੇ ਤੈਨੂੰ ਵਿਗਾੜਿਆ ਨਾ ਹੁੰਦਾ ਤੇ ਥੋੜਾ ਬਹੁਤ ਪੜ ਜਾਂਦਾ, ਉਹ ਥੋੜਾ ਬਹੁਤ 10ਵੀਂ ਕੀਤੀ ਹੁੰਦੀ ਤਾਂ ਜਿਹੜੇ ਥਾਂ ਥਾਂ ਮੇਰੀ ਬੇਇੱਜ਼ਤੀ ਕਰਾਉਣਾ ਫਿਰਦਾ ਨਾ, ਉਹ ਨਾ ਹੁੰਦੀ। ਚਲੋ ਠੀਕ ਆ, ਠੀਕ ਆ। ਮੈਨੂੰ ਭੁਲੇਖਾ ਲੱਗ ਗਿਆ ਹੋਣਾ। ਤੁਸੀਂ ਕਰੋ ਆਪਣਾ ਕੰਟੀਨਿਊ। ਸਤਿ ਸ਼੍ਰੀ ਅਕਾਲ। 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 ਵੀਰ, ਮਾਹੀ, ਆਜੋ ਪੁੱਤ। सत श्री अकाल सरपंच जी। ਵੀਰ, ਇਹ ਕੌਣ ਨੇ? ਪਹਿਲਾਂ ਤਾਂ ਇਸ ਪਿੰਡ 'ਚ ਦੇਖਿਆ ਨਹੀਂ ਕਦੇ ਇਹਨਾਂ ਨੂੰ। ਸਰਪੰਚ ਜੀ, ਇਹਨਾਂ ਦਾ ਨਾਮ ਹੈ ਸਿਮਰਨ ਸਰੀ। ਇਹਨਾਂ ਹੱਡੀਆਂ ਦੇ ਬਹੁਤ ਵੱਡੇ ਡਾਕਟਰ ਨੇ। ਨਾਲੇ ਚੰਡੀਗੜ੍ਹ 'ਚ ਇਹਨਾਂ ਦਾ ਬਹੁਤ ਵੱਡਾ ਕਲੀਨਿਕ ਵੀ ਹੈ। ਅੱਛਾ ਅੱਛਾ ਅੱਛਾ। ਅੱਛਾ ਪੁੱਤਰ ਜੀ, ਸਾਡੇ ਪਿੰਡ ਤੋਂ ਜਾਣ ਲੱਗੇ ਨਾ, ਆ ਮੈਨੂੰ ਗੋਡਿਆਂ ਦੀ ਦਵਾਈ ਦੇ ਕੇ ਜ਼ਰੂਰ ਜਾਇਓ। ਆ ਸਰਦੀਆਂ ਦੇ ਮੌਸਮ ਦੇ ਵਿੱਚ ਨਾ ਗੋਡੇ ਲੱਤਾਂ ਨੂੰ ਖੜੀਆਂ ਹੋਣ ਹੀ ਨਹੀਂ ਦਿੰਦੇ। ਹੋਰ ਦੱਸੋ ਕਿੱਦਾਂ ਆਉਣੇ ਹੋਏ? ਦਰਅਸਲ ਸਰਪੰਚ ਜੀ, ਡਾਕਟਰ ਸਰੀਨ ਨਾ ਸਾਲ 'ਚ 3 ਵਾਰ ਮੈਡੀਕਲ ਕੈਂਪ ਲਾਉਂਦੇ ਆ ਗਰੀਬ ਤੇ ਜ਼ਰੂਰਤਮੰਦ ਲੋਕਾਂ ਲਈ। ਤੇ ਇਸ ਵਾਰ ਨਾ ਇਹ ਚਾਹੁੰਦੇ ਨੇ ਕਿ ਸਾਡੇ ਪਿੰਡ ਆ ਕੇ ਮੈਡੀਕਲ ਕੈਂਪ ਲਾਉਣ ਪੰਚਾਇਤੀ ਜ਼ਮੀਨ। ਬਹੁਤ ਚੰਗਾ ਕੰਮ ਹੈ ਤਾਂ। ਨਹੀਂ ਤਾਂ ਅੱਜ ਕੱਲ ਦੇ ਡਾਕਟਰ ਤਾਂ ਪੈਸੇ ਕਮਾਉਣ ਦੇ ਢੰਗ ਲੱਭਦੇ ਰਹਿੰਦੇ ਆ। ਕਦੋਂ ਕਰਨਾ ਤੁਸੀਂ ਇਹ ਕੈਂਪ? जिन्ना छेती हो सके सरपंच जी। रब दी मेहर होए मैं तो कल ही लगा लांगी। ਕੱਲ? ਹਾਂ ਪੁੱਤਰ, ਮੈਂ ਮਾਫੀ ਚਾਹੁੰਦਾ ਤੁਹਾਡੇ ਤੋਂ। ਸਰਪੰਚ ਜੀ, ਮਾਫੀ ਕਾਹਦੇ ਦੀ? ਇਹ ਕੈਂਪ ਇਸ ਵਾਰ ਤਾਂ ਨਹੀਂ ਲੱਗ ਸਕਦਾ।
ਕੀ ਹੋਇਆ ਸਰਪੰਚ ਜੀ? ਆ ਮੈਡੀਕਲ ਕੈਂਪ ਤਾਂ ਚੰਗਾ ਸਾਡੇ ਪਿੰਡ ਦੇ ਲੋਕਾਂ ਲਈ। ਸਾਡੇ ਪਿੰਡ 'ਚ ਕਿੰਨੇ ਬਜ਼ੁਰਗ ਲੋਕ ਨੇ ਵਿਚਾਰੇ ਜਿਨ੍ਹਾਂ ਦੇ ਹੱਡੀਆਂ 'ਚ ਪੀੜ ਹੁੰਦੀ ਰਹਿੰਦੀ ਹੈ। ਨਾਲੇ ਤੁਸੀਂ ਆਪੇ ਤਾਂ ਕਿਹਾ ਕਿ ਤੁਹਾਡੀਆਂ ਹੱਡੀਆਂ ਵੀ ਦੁਖਦੀਆਂ ਰਹਿੰਦੀਆਂ, ਗੋਡੇ 'ਚ ਪ੍ਰੋਬਲਮ ਆ, ਫਿਰ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਨਾ। ਤੂੰ ਜੋ ਕਹਿ ਰਹੀ ਹੈ ਪੁੱਤਰ ਬਿਲਕੁਲ ਠੀਕ ਹੈ। ਇਹ ਕੈਂਪ ਪਿੰਡ ਵਾਲਿਆਂ ਵਾਸਤੇ ਬਹੁਤ ਹੀ ਵਧੀਆ ਰਹੇਗਾ, ਪਰ ਮੈਂ ਮਜਬੂਰ ਹਾਂ। ਕੀ ਮਜਬੂਰੀ ਹੈ ਸਰਪੰਚ ਸਾਹਿਬ? ਇਹ ਪੰਚਾਇਤੀ ਜ਼ਮੀਨ ਪਹਿਲਾਂ ਹੀ ਬੁੱਕ ਹੋ ਚੁੱਕੀ ਹੈ ਪੁੱਤਰ। ਕਿਹਨੇ ਬੁੱਕ ਕੀਤੀ ਹੈ ਸਰਪੰਚ ਜੀ? ਆਏ ਜੋ ਹੱਥ ਨਾਲ ਕੱਪੜਾ ਬੁਣ ਕੇ ਵੇਚਦੇ ਨੇ ਉਹਨਾਂ ਨੂੰ। ਤੁਹਾਡਾ ਮਤਲਬ ਹੈਂਡਲੂਮ ਵਾਲਿਆਂ ਨੇ? ਹਾਂਜੀ ਹਾਂਜੀ, ਮੈਂ ਤਾਂ ਪਹਿਲਾਂ ਹੀ ਕਾਗਜ਼ ਪੱਤਰ ਸਾਈਨ ਕਰਕੇ ਉਹਨਾਂ ਨੂੰ ਦੇ ਚੁੱਕਾ ਪੁੱਤਰ। ਸਰਪੰਚ ਜੀ, ਤੁਸੀਂ ਨਾ ਜੀ ਇੱਕ ਸੁਲਝੇ ਹੋਏ ਤੇ ਬਹੁਤ ਹੀ ਕਾਬਿਲ ਸਰਪੰਚ ਹੋ ਸਾਡੇ ਪਿੰਡ ਦੇ। ਤੁਸੀਂ ਤਾਂ ਇਸ ਚੀਜ਼ ਨੂੰ ਸਮਝ। ਪੰਚਾਇਤ ਆਪਣਾ ਫੈਸਲਾ ਸੁਣਾ ਚੁੱਕੀ ਹੈ ਤੇ ਹੁਣ ਇਸ ਗੱਲ ਦੇ ਉੱਤੇ ਦੁਬਾਰਾ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਹੈ। ਤੁਸੀਂ ਪੰਚਾਇਤ ਨੂੰ ਆਪਣਾ ਕੰਮ ਕਰਨ ਦਿਓ, ਆਪਣੇ ਘਰ ਜਾਓ। ਲੱਕੀ, ਮੈਂ ਸਰਪੰਚ ਜੀ ਨਾਲ ਗੱਲ ਕਰ ਰਹੀ ਹਾਂ। ਉਹ ਗੱਲ ਤਾਂ ਉਦੋਂ ਹੁੰਦੀ ਹੈ ਜਦੋਂ ਕੋਈ ਗੱਲ ਕਰਨ ਦੀ ਗੁੰਜਾਇਸ਼ ਹੋਵੇ। ਹੁਣ ਜਦੋਂ ਜ਼ਮੀਨ ਆਪਾਂ ਪਹਿਲਾਂ ਦੇ ਹੀ ਚੁੱਕੇ ਆ, ਫਿਰ ਗੱਲ ਕਰਨ ਦਾ ਫਾਇਦਾ ਕੀ ਆ? ਤੁਸੀਂ ਆਪਣੇ ਘਰ ਜਾਓ ਤੇ ਪੰਚਾਂ ਨੂੰ ਆਪਣਾ ਕੰਮ ਕਰਨ ਦਿਓ। ਲੱਕੀ ਬਸ ਕਰ। ਤੂੰ ਬਸ ਕਰ ਮਾਹੀ। ਲੱਕੀ ਇੱਜ਼ਤ ਨਾਲ ਗੱਲ ਕਰ। ਓਏ ਲੱਕੀ ਕਾਲਰ ਛੱਡ ਵੀਰ ਦਾ। ਲੱਕੀ ਲੱਕੀ ਆਪਣੀ ਹੱਦ 'ਚ ਰਹਿ ਤੂੰ। ਤੂੰ ਹੱਥ 'ਚ ਰਹਿ। ਜੇ ਮਾਹੀ ਦੀ ਨਾ ਮਾਰਦੇ ਮੈਂ ਲਾ ਦੇਣੀ ਸੀ ਅੱਜ ਇਹਦੇ। ਓਏ ਲੱਕੀ ਅੱਜ ਜੋ ਤੂੰ ਸਾਰਾ ਕੁਝ ਕੀਤਾ ਹੈ ਨਾ ਮੇਰੇ ਨਾਲ, ਆ ਉਹਨਾਂ ਸਾਰਿਆਂ ਦਾ ਜਵਾਬ ਹੈ। ਹੁਣ ਤੂੰ ਆਪਣੀ ਹੱਦ 'ਚ ਰਹਿ। ਮਾਫ ਕਰਿਓ ਸਰਪੰਚ ਜੀ, ਤੁਹਾਡੇ ਸਾਹਮਣੇ ਮੈਂ ਸਾਰਾ ਕੁਝ ਕੀਤਾ, ਪਰ ਤੁਸੀਂ ਆ ਲੱਕੀ ਨੂੰ ਤਾਂ ਜਾਣਦੇ ਹੋ ਨਾ। ਇਹ ਜਾਣਬੁੱਝ ਕੇ ਕਦੇ ਮੇਰੇ ਨਾਲ ਹੱਡੀਆਂ ਚਾ ਕੇ ਪੰਗੇ ਲੈਂਦਾ ਤੇ ਕਦੇ ਵੀਰ ਨਾਲ। ਹੁਣ ਸਰਪੰਚ ਜੀ ਤੁਸੀਂ ਮੈਨੂੰ ਆਪ ਦੱਸੋ, ਆ ਕੱਪੜਿਆਂ ਵਾਲੀ ਦੁਕਾਨ ਜ਼ਿਆਦਾ ਜ਼ਰੂਰੀ ਆ ਜਾਂ ਗਰੀਬ ਲੋਕਾਂ ਦਾ ਇਲਾਜ? ਮੈਂ ਸਮਝਦਾ ਮਾਹੀ ਪੁੱਤਰ, ਪਰ ਕੱਪੜਿਆਂ ਦੇ ਹਾਲਾਤ ਵੀ ਸਾਨੂੰ ਵੇਖਣੇ ਪੈਣੇ ਨੇ ਨਾ। ਇਹਨਾਂ ਦੀ ਵੀ ਮਜਬੂਰੀਆਂ ਨੇ। ਇਹ ਘਰੇ ਕੱਪੜਾ ਬੁਣ ਕੇ ਫਿਰ ਸਸਤੇ ਰੇਟਾਂ 'ਤੇ ਸਾਨੂੰ ਵੇਚਦੇ ਨੇ ਤੇ ਪੈਸੇ ਦੀ ਲੋੜ ਤਾਂ ਇਹਨਾਂ ਨੂੰ ਵੀ ਹੁੰਦੀ ਹੈ ਤੇ ਇਹਨਾਂ ਨੂੰ ਕੈਂਸਲ ਕਰਨਾ ਮੇਰੀ ਮਜਬੂਰੀ ਹੈ। ਮੈਂ ਇਹਨਾਂ ਨੂੰ ਕੈਂਸਲ ਨਹੀਂ ਕਰ ਸਕਦਾ। ਸਰਪੰਚ ਜੀ, ਆ ਤੁਸੀਂ ਸਾਰੇ ਨਾ ਇਹਨਾਂ ਨੂੰ ਵੇਖੋ। ਆ ਸ਼ਿੰਦੋ ਭੂਆ, 4 ਸਾਲ ਹੋ ਗਿਆ ਇਹਨਾਂ ਦਾ ਮੁੰਡਾ ਬਾਹਰ ਗਿਆ ਹੋਇਆ, ਇੱਕ ਦਿਨ ਵੀ ਉਹਨੇ ਕਾਲ ਨਹੀਂ ਕੀਤਾ ਇਹਨਾਂ ਨੂੰ। ਉਹ ਵਿਚਾਰੇ, ਉਹਨਾਂ ਦੇ ਗੋਡਿਆਂ 'ਚ ਪੀੜ ਹੁੰਦੀ ਹੈ, ਗੋਡੇ ਕੰਮ ਨਹੀਂ ਕਰਦੇ ਚੱਜ ਨਾਲ। ਇਹ ਕੀ ਕਰਨ? ਪੰਜ ਸਾਹਿਬ, ਆ ਸੁਰਜੀਤ ਚਾਚਾ ਜੀ, ਇਹਨਾਂ ਦੇ ਵਿਚਾਰਿਆਂ ਦੇ ਲੱਤ ਦੀ ਹੱਡੀ ਟੁੱਟੀ ਹੋਈ ਹੈ, ਚੰਗੀ ਤਰ੍ਹਾਂ ਚੱਲ ਵੀ ਨਹੀਂ ਸਕਦੇ, ਸੋਟੀ ਦੇ ਆਸਰੇ ਨਾਲ ਚੱਲਦੇ ਆ। ਕੀ ਇਹਨਾਂ ਨੂੰ ਰਾਜ ਦੀ ਲੋੜ ਨਹੀਂ ਹੈ? ਹੁਣ ਸਰਪੰਚ ਜੀ ਤੁਸੀਂ ਮੈਨੂੰ ਆਹ ਗੱਲ ਦੱਸੋ, ਤੁਹਾਡੇ ਵੀ ਤਾਂ ਗੋਡਿਆਂ 'ਚ ਪੀੜ ਸੀਗੀ ਨਾ, ਤੁਸੀਂ ਵੀ ਤਾਂ ਡਾਕਟਰ ਸਰੀਨ ਨੂੰ ਇਹ ਚੀਜ਼ ਕਹੀ ਨਾ। ਤੁਸੀਂ ਆਪ ਦੱਸੋ ਸਰਪੰਚ ਜੀ, ਠੰਡ ਦਾ ਮੌਸਮ ਹੈ, ਕੀ ਜ਼ਿਆਦਾ ਜ਼ਰੂਰੀ? ਸਰਪੰਚ ਜੀ, ਮਾਹੀ ਬਿਲਕੁਲ ਠੀਕ ਕਹਿ ਰਹੀ ਹੈ। ਸਾਡੇ ਪਿੰਡ ਵਾਲਿਆਂ ਕੋਲ ਆਪਣਾ ਇਲਾਜ ਕਰਾਉਣ ਲਈ ਪੈਸੇ ਨਹੀਂ ਹੈਗੇ, ਉਹਨਾਂ ਨੇ ਕੱਪੜੇ ਕਿੱਥੋਂ ਖਰੀਦਣੇ ਨੇ? ਨਾਲੇ ਜੇ ਕੋਈ ਕੱਪੜੇ ਖਰੀਦੇਗਾ ਨਹੀਂ ਤਾਂ ਕਿਹੜਾ ਵਪਾਰ ਹੋਣਾ ਇੱਥੇ? ਕਿਸੇ ਦਾ ਫਾਇਦਾ ਨਹੀਂ ਹੋਣਾ। ਇਹ ਤੋਂ ਚੰਗਾ ਜੇ ਇੱਥੇ ਮੈਡੀਕਲ ਕੈਂਪ ਲੱਗੂਗਾ ਤਾਂ ਆਪਣੇ ਬਜ਼ੁਰਗਾਂ ਦਾ, ਗਰੀਬਾਂ ਦਾ, ਸਾਰਿਆਂ ਦਾ ਇਲਾਜ ਤਾਂ ਹੋਊਗਾ ਨਾ ਮੁਫਤ। ਇਹਦੇ ਬਾਰੇ ਤਾਂ ਸੋਚੋ। ਸਰਪੰਚ ਜੀ, ਮੈਂ ਇੱਕ ਡਾਕਟਰ ਹਾਂ। ਮੇਰੇ ਕੋਲ ਦਿਨ ਦੇ 100 ਪੇਸ਼ੈਂਟ ਆਉਂਦੇ ਨੇ ਆਪਣੀਆਂ ਤਕਲੀਫਾਂ ਲੈ ਕੇ, ਤੇ
ਮੈਨੂੰ ਨਹੀਂ ਲੱਗਦਾ ਮੇਰੇ ਤੋਂ ਜ਼ਿਆਦਾ ਇਸ ਤਕਲੀਫ ਨੂੰ ਹੋਰ ਕੋਈ ਸਮਝ ਸਕਦਾ ਹੈ ਕਿ ਕੋਈ ਗਰੀਬ ਹੋਵੇ ਜਾਂ ਅਮੀਰ, ਪਰ ਜੇ ਸਾਡੀ ਸਿਹਤ ਹੀ ਚੰਗੀ ਨਹੀਂ ਹੈ ਨਾ, ਸਾਨੂੰ ਦੁਨੀਆ ਦਾ ਕੋਈ ਵੀ ਐਸ਼ੋ-ਆਰਾਮ ਚੰਗਾ ਹੀ ਨਹੀਂ ਲੱਗਦਾ। ਉਹ ਤੂੰ ਚੁੱਪ ਰਹਿ। ਤੂੰ ਤਾਂ ਸਾਡੇ ਪਿੰਡ ਦੇ ਵਿੱਚ ਵੀ ਨਹੀਂ ਆ, ਬਾਹਰਲੇ ਸ਼ਹਿਰ ਦੇ ਵਿੱਚੋਂ ਆ ਕੇ ਸਾਡੇ ਪਿੰਡ ਦੇ ਮਾਮਲਿਆਂ 'ਚ ਦਲੀਲਾਂ ਦੇਣ ਦੀ ਲੋੜ ਨਹੀਂ ਹੈ। ਲੱਕੀ ਇਹਦੇ 'ਚ ਮੈਂ ਕੁਝ ਗਲਤ ਨਹੀਂ ਕਿਹਾ। ਗੱਲ ਸਾਡੇ ਪਿੰਡ ਦੀ ਆ ਤੇ ਸਾਡੇ ਪਿੰਡ ਵਾਲੇ ਬੋਲਣਗੇ। ਬਾਹਰ ਦਾ ਬੰਦਾ ਆ ਕੇ ਸਾਡੇ ਪਿੰਡ ਦੇ ਮਾਮਲਿਆਂ ਦੇ ਵਿੱਚ ਕੋਈ ਦਖਲ ਨਾ ਦੇਵੇ। ਪ੍ਰਾਹੁਣੇ ਆਓ ਸਾਡੇ ਪਿੰਡ ਦੇ ਤੇ ਇੱਥੇ ਨਾ ਲੋਕਾਂ ਦਾ ਇਲਾਜ ਕਰਨਾ ਹੈ। ਆ ਤੇਰੇ ਵਾਂਗ ਨਾ ਸਾਰਾ ਦਿਨ ਸੈਰ ਸਪੱਟਾ ਨਹੀਂ ਕਰਦੇ ਫਿਰਦੇ ਗਲੀਆਂ 'ਚ ਜਿੱਦਾਂ ਤੂੰ ਕਰਦਾ ਫਿਰਦਾ। ਰੱਬ ਦਾ ਨਾ ਦੂਜਾ ਰੂਪ ਨੇ ਡਾਕਟਰ ਸਰੀਨ ਸਾਡੇ ਲਈ। ਬਕਵਾਸ ਬੰਦ ਕਰ ਆਪਣੀ। ਪਿੰਡ ਵਾਲਿਆਂ ਦੇ ਫਾਇਦੇ ਲਈ ਆਏ ਨੇ ਉਹ। ਪਿੰਡ ਦਾ ਭਲਾ ਕਰਨ ਆਏ ਆ ਕਿ ਤੇਰਾ? ਲੱਕੀ ਹੱਦ 'ਚ ਰਹਿ ਕਿਤੇ ਮੈਂ ਆਪਣੀ ਹੱਦ ਨਾ ਪਾਰ ਕਰ। ਸਰਪੰਚ ਜੀ ਇੱਥੇ ਨੇ, ਮੇਰੀ ਜ਼ੁਬਾਨ ਨਾ ਖੁਲਾ। ਕਿਤੇ ਆ ਸੱਚੀ ਡੈਡੀ ਜੀ ਦੇ ਸਾਹਮਣੇ ਮੇਰੇ ਕਾਰਨਾਮੇ ਨਾ ਸੁਣਾ ਦੇ।